किसान दी अंदोलन नूं अतवादी वखवादी कह के संबोधन किया गया। हालांकि यह किरती किसानां दी मुहिम है, किरती किसानां दा मोर्चा है, पर इसमें जिस तरीके की रंगत दी गई है उसनूं किवें देखदे? मैं समझदा भी ये शर्मिंदगी वाली ते सब तो वड्डी अज दे समय भारत दे वास्ते खास कर भी इस तो वड्डी होर बदकिस्मती नहीं हो सकती भी इत्थे इहो जिहा जिहड़ा नैशनल मीडिया है जिन्होंने एक चौथा थंब कहा जाता है वो अपना रोल जिहड़ा तुसीं समझो भी अज वो विक चुका है। ਉਹ ਚੰਦ ਵਪਾਰੀਆਂ ਦੇ ਪੂੰਜੀਪਤੀਆਂ ਦੇ ਤੇ ਚੰਦ ਜਿਹੜੇ ਹਕੂਮਤ ਵਿੱਚ ਬੈਠੇ ਹੋਏ ਲੋਕ ਨੇ ਉਹਨਾਂ ਦੇ ਦਰ ਦਾ ਕੁੱਤਾ ਬਣ ਚੁੱਕਾ। ਲੇਕਿਨ ਜਦੋਂ ਤੋਂ ਬੀਜੇਪੀ ਸੱਤਾ ਵਿੱਚ ਆਈ ਹੈ ਤੇ ਜਿਸ ਤਰੀਕੇ ਦੇ ਨਾਲ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਪ੍ਰਮੋਟ ਕੀਤਾ ਗਿਆ ਉਹ ਸਾਰੇ ਤਰੀਕੇ ਆਪਣੇ ਆਪ ਦੇ ਵਿੱਚ ਇਨਸਾਨੀਅਤ ਦਾ ਕਤਲ ਕਰਨ ਵਾਲੇ ਨੇ। जो निशान साहब ने उन्होंने लैके भी सवाल उठे मीडिया जो नैशनल मीडिया या होर कई थावां ते चीज़ के निशान साहब को लैके कि ये जी खालिस्तानी ने खालिस्तान की मंग करते हैं, जबकि निशान साहब जो कि एक साडे धर्म का सिख धर्म का बहुत ही अहम हिस्सा है। गुरु गोबिंद सिंह महाराज कहते हैं राज बिना नह धर्म चलै है, धर्म बिना सब दलै मलै है। ਰਾਜ ਤੋਂ ਬਿਨਾ ਤੁਸੀਂ ਚੰਗੇ ਸਮਾਜ ਦੀ ਕਲਪਨਾ ਨਹੀਂ ਕਰ ਸਕਦੇ। ਧਰਮ ਇੱਕ ਸਮੁੱਚੇ ਮਨੁੱਖੀ ਸਮਾਜ ਦਾ ਅਹਿਮ ਅੰਗ ਹੈ। ਧਰਮ ਹੀ ਉਹ ਕਾਨੂੰਨ ਹੈ ਜਿਹੜਾ ਸਾਨੂੰ ਹਰ ਇੱਕ ਦੇ ਨਾਲ ਮਿਲ ਵਰਤਣ ਦਾ, ਆਪਸੀ ਕਦਰਾਂ ਕੀਮਤਾਂ ਦੇ ਸਹਿਤ ਜ਼ਿੰਦਗੀ ਜਿਉਣ ਦਾ ਹੱਕ ਦਿੰਦਾ। ਤੁਸੀਂ ਦੇਖ ਰਹੇ ਹੋ ਚੱਕ ਦੇ ਟੀਵੀ ਤੇ ਮੈਂ ਹਾਂ ਬਲਦੀਪ ਸਿੰਘ। ਕਿਸਾਨੀ ਮੋਰਚੇ ਦੇ ਵਿੱਚ ਲਗਾਤਾਰ ਲੋਕ ਆਪਣੀ ਸ਼ਮੂਲੀਅਤ ਕਰ ਰਹੇ ਨੇ, ਭਾਵੇਂ ਉਹ ਵਪਾਰੀ ਵਰਗ ਹੋਵੇ, ਕਿਸਾਨ ਹੋਣ, ਰਿਟਾਇਰਡ ਫੌਜੀ ਹੋਣ, ਕਲਾਕਾਰ ਹੋਣ, ਸਭ ਆਪਣੀ ਸ਼ਮੂਲੀਅਤ ਦੇ ਰਹੇ ਨੇ। ਸਾਡੇ ਨਾਲ ਇਸ ਵੇਲੇ ਕਥਾਵਾਚਕ ਭਾਈ ਤੇਜਪਾਲ ਸਿੰਘ ਜੀ ਮੌਜੂਦ ਨੇ ਜੋ ਕਿ ਬੰਗਲਾ ਸਾਹਿਬ ਆਪਣੀ ਸੇਵਾਵਾਂ ਦੇ ਰਹੇ ਨੇ। ਗੱਲਬਾਤ ਕਰਦੇ ਹਾਂ। ਸਵਾਗਤ ਹੈ ਭਾਈ ਸਾਹਿਬ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਭਾਈ ਜੀ ਅਭੀ ਜਿਸ ਤਰੀਕੇ ਨਾਲ ਪਿਛਲੇ ਕੁਝ ਦਿਨਾਂ ਦੇ ਵਿੱਚ ਕਿਸਾਨ ਦੀ ਅੰਦੋਲਨ ਨੂੰ ਅਤਵਾਦੀ ਵੱਖਵਾਦੀ ਕਹਿ ਕੇ ਸੰਬੋਧਨ ਕੀਤਾ ਗਿਆ। ਹਾਲਾਂਕਿ ਇਹ ਕਿਰਤੀ ਕਿਸਾਨਾਂ ਦੀ ਮੁਹਿੰਮ ਹੈ, ਕਿਰਤੀ ਕਿਸਾਨਾਂ ਦਾ ਮੋਰਚਾ ਹੈ, ਪਰ ਇਸ ਨੂੰ ਜਿਸ ਤਰੀਕੇ ਦੀ ਰੰਗਤ ਦਿੱਤੀ ਗਈ ਹੈ ਉਸ ਨੂੰ ਕਿਵੇਂ ਦੇਖਦੇ ਹੋ? ਵੇਖੋ ਜੀ, ਸਭ ਤੋਂ ਪਹਿਲਾਂ ਤੇ ਇਹ ਜਿਹੜੀ ਰੰਗਤ ਦੇਣ ਦੀ ਕੋਸ਼ਿਸ਼ ਜਿਨ੍ਹਾਂ ਦੇ ਵੱਲੋਂ ਕੀਤੀ ਜਾਂਦੀ ਹੈ ਤੇ ਉਹ ਹੈ ਹਕੂਮਤ। ਤੇ ਹਕੂਮਤ ਕੋਈ ਵੀ ਰਹੀ ਹੋਵੇ, ਚਾਹੇ ਮੁਗਲਾਂ ਦੀ ਰਹੀ ਹੋਵੇ, ਚਾਹੇ ਅੰਗਰੇਜ਼ਾਂ ਦੀ ਰਹੀ ਹੋਵੇ, ਚਾਹੇ ਨਾ ਕਾਲੇ ਅੰਗਰੇਜ਼ਾਂ ਦੀ ਆਪਾਂ ਕਹਿ ਸਕਦੇ ਹਾਂ। ਤੇ ਇਹ ਚੀਜ਼ਾਂ ਉਦੋਂ ਤੋਂ ਹੁੰਦੀਆਂ ਆ ਰਹੀਆਂ ਨੇ। ਜਦੋਂ ਵੀ ਕੋਈ ਜਨ ਅੰਦੋਲਨ ਉੱਠਿਆ ਤੇ ਉਸ ਅੰਦੋਲਨ ਨੂੰ ਦਬਾਉਣ ਦੇ ਵਾਸਤੇ ਹਕੂਮਤ ਜਿਹੜੀ ਤਾਨਾਸ਼ਾਹੀ ਹਕੂਮਤ ਜਿਹੜੀਆਂ ਨੇ ਇਹ ਤਾਨਾਸ਼ਾਹੀ ਦਾ ਸਬੂਤ ਦੇ ਰਹੀਆਂ ਨੇ ਕਿ ਇੱਥੇ ਜਮਹੂਰੀਅਤ ਦੇ ਜਿਹੜੇ ਹੱਕ ਹਕੂਕ ਨੇ ਉਹਨਾਂ ਦਾ ਕਤਲ ਹੋ ਰਿਹਾ। ਤੇ ਮੈਂ ਸਮਝਦਾ ਵੀ ਇਹ ਸ਼ਰਮਿੰਦਗੀ ਵਾਲੀ ਤੇ ਸਭ ਤੋਂ ਵੱਡੀ ਅੱਜ ਦੇ ਸਮੇਂ ਭਾਰਤ ਦੇ ਵਾਸਤੇ ਖਾਸ ਕਰ ਵੀ ਇਸ ਤੋਂ ਵੱਡੀ ਹੋਰ ਬਦਕਿਸਮਤੀ ਨਹੀਂ ਹੋ ਸਕਦੀ ਵੀ ਇੱਥੇ ਇਹੋ ਜਿਹਾ ਜਿਹੜਾ ਨੈਸ਼ਨਲ ਮੀਡੀਆ ਜਿਹਨੂੰ ਇੱਕ ਚੌਥਾ ਥੰਮ ਕਿਹਾ ਜਾਂਦਾ ਹੈ ਉਹ ਆਪਣਾ ਰੋਲ ਜਿਹੜਾ ਤੁਸੀਂ ਸਮਝੋ ਵੀ ਅੱਜ ਉਹ ਵਿਕ ਚੁੱਕਾ ਹੈ। ਉਹ ਚੰਦ ਵਪਾਰੀਆਂ ਦੇ ਪੂੰਜੀਪਤੀਆਂ ਦੇ ਤੇ ਚੰਦ ਜਿਹੜੇ ਹਕੂਮਤ ਵਿੱਚ ਬੈਠੇ ਹੋਏ ਲੋਕ ਨੇ ਉਹਨਾਂ ਦੇ ਦਰ ਦਾ ਕੁੱਤਾ ਬਣ ਚੁੱਕਾ ਹੈ। ਉਹ ਰੋਟੀ ਪਾਉਂਦੇ ਨੇ ਤੇ ਉਹ ਭੌਂਕਦਾ ਹੈ। अच्छा, पिछले दिन एक खबर हुई सी कि 2-3 दिन पहले की खबर है कि प्रधानमंत्री नरेंद्र मोदी ने जो सोमनाथ मंदिर दे ट्रस्ट दे प्रधान बन गए ने। एक एडी सरमोर पदवी ते बैठा जो कि पदवी सारिਆਂ ਦੇ ਲਈ ਸਾਂਝੀ ਹੈ, ਸਭ ਧਰਮਾਂ ਦੇ ਲਈ ਸਾਂਝੀ ਹੁੰਦੀ ਹੈ। ਤੁਹਾਨੂੰ ਕੀ ਲੱਗਦਾ ਕਿ ਇਹ ਉਹਨਾਂ ਦਾ ਡਿਸੀਜਨ ਸਹੀ ਹੈ ਕਿ ਇੱਕ ਖਾਸ ਧਰਮ ਦੇ ਮੰਦਿਰ ਦੇ ਟਰਸਟ ਦਾ ਪ੍ਰਧਾਨ ਬਣਨਾ ਕਿ ਮੈਜੋਰਿਟੀ ਨੂੰ ਪ੍ਰਭਾਵਿਤ ਕਰਨਾ ਨਹੀਂ ਆ? ਵੇਖੋ ਜੀ, ਇਹ ਸਾਡੇ ਦੇਸ਼ ਦੀ ਇਸ ਕਿੱਤੇ ਦੀ ਬਦਕਿਸਮਤੀ ਹੈ ਵੀ ਸ਼ਾਇਦ ਪਹਿਲੀ ਵਾਰ ਇਸ ਦੇਸ਼ ਦੇ ਆਮ ਜਨ ਨੇ ਧੋਖਾ ਖਾਧਾ ਹੈ, ਝੂਠ ਨੂੰ ਪਕੜ ਨਹੀਂ ਪਾਏ ਉਹ। ਕਿਉਂਕਿ 70 ਸਾਲ ਦੇ ਵਿੱਚ ਜੋ ਪਿਛਲੀਆਂ ਹਕੂਮਤਾਂ ਨੇ ਕੀਤਾ ਤੇ ਹਰ ਇੱਕ ਇਨਸਾਨ ਦੇ ਮਨ ਵਿੱਚ ਇੱਕ ਉਮੀਦ ਸੀ ਵੀ ਸ਼ਾਇਦ ਇਹ ਜੁਮਲਾ ਨਾ ਹੋ ਕਰਕੇ ਸੱਚਾਈ ਹੋਵੇਗੀ, ਸ਼ਾਇਦ ਇਹ ਝੂਠ ਨਾ ਹੋ ਕਰਕੇ ਸੱਚਾਈ ਹੋਵੇਗੀ, ਸ਼ਾਇਦ ਹਰ ਇੱਕ ਦੇ ਖਾਤੇ ਵਿੱਚ 15 ਲੱਖ ਆ ਜਾਣਗੇ, ਹਰ ਇੱਕ ਨੂੰ ਨੌਕਰੀ ਮਿਲ ਜਾਏਗੀ, ਹਰ ਇੱਕ ਦਾ ਜੀਵਨ ਯਾਪਨ ਜਿਹੜਾ ਉਹ ਸਹੀ ਹੋ ਜਾਏਗਾ। ਆਮ ਇਨਸਾਨ ਜ਼ਿੰਦਗੀ ਵਿੱਚ ਕੀ ਮੰਗਦਾ? ਇਹੀ ਕੁਝ ਮੰਗਦਾ ਵੀ ਉਹਨੂੰ 2 ਵਕਤ ਦੀ ਰੋਟੀ ਆਰਾਮ ਦੇ ਨਾਲ ਨਸੀਬ ਹੋ ਜਾਏ। ਲੇਕਿਨ ਜਦੋਂ ਤੋਂ ਬੀਜੇਪੀ ਸੱਤਾ ਵਿੱਚ ਆਈ ਹੈ ਤੇ ਜਿਸ ਤਰੀਕੇ ਦੇ ਨਾਲ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਪ੍ਰਮੋਟ ਕੀਤਾ ਗਿਆ ਉਹ ਸਾਰੇ ਤਰੀਕੇ ਆਪਣੇ ਆਪ ਦੇ ਵਿੱਚ ਇਨਸਾਨੀਅਤ ਦਾ ਕਤਲ ਕਰਨ ਵਾਲੇ ਨੇ। ਗੋਦਰਾ ਕਾਂਡ ਤੋਂ ਲੈ ਕੇ ਮਤਲਬ ਉਸ ਸਮੇਂ ਜਦੋਂ ਇਹ ਗੁਜਰਾਤ ਮਾਡਲ ਦੀ ਗੱਲ ਕਰਦੇ ਸੀ ਤੇ ਉਹ ਬਹੁ ਗਿਣਤੀ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦੇ ਸੀ ਵੀ ਜਿਵੇਂ ਗੁਜਰਾਤ ਦੇ ਵਿੱਚ ਘੱਟ ਗਿਣਤੀਆਂ ਦਾ ਕਤਲੇਆਮ ਹੋਇਆ, ਉੱਥੇ ਉਹਨਾਂ ਨੂੰ ਕੁਚਲਿਆ ਗਿਆ ਹੈ, ਕੁੱਖਾਂ ਦੇ ਵਿੱਚੋਂ ਬੱਚੇ ਕੱਢ ਕੇ ਮਾਰੇ ਗਏ ਨੇ, ਵੀ ਇਹੀ ਹਾਲਾਤ ਅਸੀਂ ਭਾਰਤ ਦੇ ਵਿੱਚ, ਸਮੁੱਚੇ ਭਾਰਤ ਦੇ ਵਿੱਚ ਇਹੀ ਮਾਡਲ ਲਾਗੂ ਕਰਾਂਗੇ। ਤੇ ਉਹ ਬਹੁ ਗਿਣਤੀ ਦੇ ਵਿੱਚ ਅਸਲ ਦੇ ਵਿੱਚ ਜਿਹੜੀ ਬਹੁ ਗਿਣਤੀ ਹੈ ਉਹ ਸਮਾਜ ਹੈ, ਉਹ ਦਲਿਤ ਵਰਗ ਹੈ।
ਤੇ ਅੱਜ ਦਾ ਦਲਿਤ ਵਰਗ ਮੈਂ ਸਮਝਦਾ ਵੀ ਬਹੁਤ ਹੱਦ ਤੱਕ ਜਾਗਰਤ ਹੋ ਚੁੱਕਾ ਹੈ। ਉਹ ਸਮਝਦਾ ਵੀ ਸਾਨੂੰ ਇਹਨਾਂ ਦੇ ਮੰਦਰਾਂ ਦੀ, ਇਹਨਾਂ ਦੇ ਤਿਉਹਾਰਾਂ ਦੀ, ਇਹਨਾਂ ਕਦਰਾਂ ਕੀਮਤਾਂ ਦੀ ਜ਼ਰੂਰਤ ਨਹੀਂ ਹੈਗੀ ਜਿਨ੍ਹਾਂ ਨੇ ਸਾਨੂੰ ਹੁਣ ਤੱਕ ਗੁਲਾਮ ਬਣਾਈ ਰੱਖਿਆ। ਤੇ ਉਮੀਦ ਕਰਦੇ ਹਾਂ, ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਇਹ ਜਿਹੜੀ ਤਾਨਾਸ਼ਾਹੀ ਮਨੂਵਾਦੀ ਸੋਚ ਹੈ ਜਿਹਨੇ ਹੁਣ ਤੱਕ ਸਮਾਜ ਦਾ ਸ਼ੋਸ਼ਣ ਕੀਤਾ ਹੈ, ਇਹ ਜਿਹੜੀ 15 ਅਗਸਤ 1947 ਨੂੰ ਪਾਵਰ ਟਰਾਂਸਫਰ ਹੋਈ ਸੀ ਵੀ ਉਸ ਤੋਂ ਇਹ ਅੰਦੋਲਨ ਜਿਹੜਾ ਇੱਥੋਂ ਦੀ ਆਵਾਮ ਨੂੰ ਆਜ਼ਾਦੀ ਦੇਗਾ। ਅੱਛਾ, ਮੋਰਚਾ ਜੋ ਹੈ ਤਕਰੀਬਨ 2 ਮਹੀਨੇ ਦਾ ਹੋ ਗਿਆ ਹੈ, ਤਕਰੀਬਨ 2 ਮਹੀਨੇ ਹੋ ਜਾਣੇ ਆ ਇਸ ਤੇ ਦਿੱਲੀ ਮੋਰਚੇ ਨੂੰ। ਤਾਂ ਪਿਛਲੇ ਦਿਨੀ ਜੋ ਨਿਸ਼ਾਨ ਸਾਹਿਬ ਨੇ ਉਹਨਾਂ ਦੇ ਲੈ ਕੇ ਵੀ ਸਵਾਲ ਉੱਠੇ, ਮੀਡੀਆ ਜਿਹੜਾ ਨੈਸ਼ਨਲ ਮੀਡੀਆ ਜਾਂ ਹੋਰ ਕਈ ਥਾਵਾਂ ਤੇ ਇਹ ਚੀਜ਼ ਕਿ ਨਿਸ਼ਾਨ ਸਾਹਿਬ ਨੂੰ ਲੈ ਕੇ ਕਿ ਇਹ ਤਾਂ ਜੀ ਖਾਲਿਸਤਾਨੀ ਨੇ, ਤਾਂ ਖਾਲਿਸਤਾਨ ਦੀ ਮੰਗ ਕਰਦੇ ਨੇ, ਜਦ ਕਿ ਨਿਸ਼ਾਨ ਸਾਹਿਬ ਜੋ ਕਿ ਇੱਕ ਸਾਡੇ ਧਰਮ ਦਾ, ਸਿੱਖ ਧਰਮ ਦਾ ਬਹੁਤ ਹੀ ਅਹਿਮ ਹਿੱਸਾ ਹੈਗਾ, ਉਸ ਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, 84 ਦੇ ਦਹਾਕੇ ਦੇ ਵਿੱਚ ਸਿੱਖ ਬੋਲਬਾਲਿਆਂ ਨੂੰ, ਖਾਲਸਾਈ ਬੋਲਬਾਲਿਆਂ ਨੂੰ ਜਾਂ ਖਾਲਸਾਈ ਨਿਸ਼ਾਨਾਂ ਨੂੰ ਜਿਸ ਤਰੀਕੇ ਦੇ ਨਾਲ ਸਰਕਾਰੀ ਮੀਡੀਆ ਨੇ, ਕਿਉਂਕਿ ਉਦੋਂ ਇਸ ਤਰ੍ਹਾਂ ਦਾ ਸੋਸ਼ਲ ਮੀਡੀਆ ਦਾ ਸਮਾਂ ਨਹੀਂ ਸੀ ਹੈਗਾ, ਅੱਜ ਹਰ ਇੱਕ ਮਨੁੱਖ ਦੇ ਕੋਲ ਮੋਬਾਈਲ ਹੈ, ਉਹ ਲਾਈਵ ਹੋ ਕੇ ਆਪਣੇ ਹੱਕ ਦੀ ਗੱਲ ਕਰ ਸਕਦਾ, ਲੇਕਿਨ ਉਹ ਸਮਾਂ ਕੁਝ ਹੋਰ ਸੀ। ਤੁਸੀਂ ਵੀ ਦੇਖਿਆ ਅਖਬਾਰਾਂ ਦੇ ਵਿੱਚ, ਰੇਡੀਓ ਦੇ ਉੱਤੇ ਜੋ ਸਰਕਾਰਾਂ ਹਕੂਮਤਾਂ ਚਾਹੁੰਦੀਆਂ ਸੀ ਉਹ ਪ੍ਰਸਾਰਿਤ ਹੁੰਦਾ ਸੀ ਤੇ ਉਹ ਲੋਕਾਂ ਦਾ ਮਾਈਂਡ ਸੈਟ ਬਣ ਚੁੱਕਾ ਸੀ। ਤੇ ਇਸ ਅੰਦੋਲਨ ਦੇ ਵਿੱਚ ਵੀ ਉਸੇ ਨੂੰ ਹੀ ਭੁਨਾਉਣ ਦੀ ਕੋਸ਼ਿਸ਼ ਜਿਹੜੀ ਹੈ ਹਕੂਮਤਾਂ ਦੇ ਵੱਲੋਂ ਕੀਤੀ ਗਈ। ਲੇਕਿਨ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਅੱਜ ਰਾਜਸਥਾਨ ਤੋਂ ਆਇਆ ਹੋਇਆ ਇਨਸਾਨੀਅਤ ਪਸੰਦ ਮਨੁੱਖ ਕਹਿੰਦਾ ਵੀ ਜੇ ਪੰਜਾਬ ਦੇ ਲੋਕ ਜਿਹੜੇ ਹੱਕ ਦੀ ਗੱਲ ਕਰਦੇ ਨੇ ਉਹ ਖਾਲਿਸਤਾਨੀ ਨੇ ਤੇ ਅਸੀਂ ਵੀ ਖਾਲਿਸਤਾਨੀ ਆ। ਯਾਨੀ ਕਿ ਕਹਿਣ ਤੋਂ ਅਸਲ ਮੀਨਿੰਗ ਜੋ ਖਾਲਿਸਤਾਨ ਦਾ ਹੈ ਉਹ ਦੁਨੀਆ ਸਮਝ ਚੁੱਕੀ ਹੈ। ਯੂਪੀ ਦੇ ਵਿੱਚ ਅੱਜ ਇੱਕ ਮੈਂ ਛੋਟੀ ਜੀ ਬੱਚੀ ਦੀ ਵੀਡੀਓ ਦੇਖੀ, ਉਹ ਕਹਿੰਦੀ ਹੈ ਕਿਸਾਨ ਭਾਈਓ, ਪੰਜਾਬ ਮੇਂ ਖਾਲਸਾ ਰਾਜ ਨਹੀਂ, ਪੂਰੇ ਭਾਰਤ ਮੇਂ ਖਾਲਸਾ ਰਾਜ ਚਾਹੀਏ। ਸੋ ਇਹ ਬੜੀ ਵੱਡੀ ਗੱਲ ਹੈ। ਅੱਜ ਹਰ ਇੱਕ ਇਨਸਾਨ ਇਹ ਕਹਿੰਦਾ ਵੀ ਅਗਰ ਭਾਰਤ ਦੇ ਵਿੱਚ ਆਮ ਜਨ ਦੀ ਜ਼ਿੰਦਗੀ ਨੂੰ ਕੋਈ ਸੁਖਮਈ ਬਣਾ ਸਕਦਾ ਹੈ ਤੇ ਉਹ ਖਾਲਸਾਈ ਸਿਧਾਂਤ ਬਣਾ ਸਕਦਾ ਹੈ, ਉਹ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਬਣਾ ਸਕਦਾ ਹੈ। ਤੇ ਇਹ ਮੈਂ ਸਮਝਦਾ ਵੀ ਸਾਡੇ ਵਾਸਤੇ ਬੜਾ ਇੱਕ ਸੁੰਦਰ ਮੌਕਾ ਹੈ, ਸਾਡੀਆਂ ਸੰਸਥਾਵਾਂ ਵਾਸਤੇ, ਸਾਡੀ ਰਾਜਨੀਤਿਕ ਤੇ ਧਾਰਮਿਕ ਅਗਵਾਈ ਵਾਸਤੇ, ਵੀ ਅੱਜ ਉਹ ਪਰਦਾ ਜੋ ਭਾਰਤੀ ਮਨੂਵਾਦੀ ਹਕੂਮਤ ਨੇ ਪਾ ਦਿੱਤਾ ਸੀ ਆਮ ਜਨ ਦੇ ਮਾਈਂਡ ਦੇ ਉੱਪਰ ਵੀ ਖਾਲਿਸਤਾਨੀ ਹੋਣਾ ਇੱਕ ਬੁਰੀ ਗੱਲ ਹੈ। ਖਾਲਿਸਤਾਨੀ ਤੇ ਆਤੰਕਵਾਦੀ ਇਹਨਾਂ ਨੇ ਇੱਕ ਕਰਕੇ ਰੱਖ ਦਿੱਤਾ ਸੀ, ਜਦੋਂ ਕਿ ਆਤੰਕਵਾਦੀ ਤੇ ਖਾਲਿਸਤਾਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਜਿਹੜਾ ਖਾਲਿਸਤਾਨੀ ਹੈ ਉਹ ਜ਼ੁਲਮ ਦੇ ਖਿਲਾਫ ਹੈ ਤੇ ਜਿਹੜਾ ਆਤੰਕਵਾਦੀ ਉਹ ਤੇ ਜ਼ੁਲਮੀ ਹੈ। ਸਮਝੇ ਨਹੀਂ? ਹਕੂਮਤ ਤੁਹਾਨੂੰ ਲੱਗਦਾ ਕਿ ਅੱਤਵਾਦ ਸ਼ਬਦ ਦੀ ਅਗਰ ਗਲਤ ਦੁਰਵਰਤੋਂ ਹੋਈ ਹੈ ਇਸ ਮੁਲਕ ਦੇ ਵਿੱਚ? ਬਿਲਕੁਲ। ਅੱਤਵਾਦ, ਅਸਲ ਅੱਤਵਾਦ ਜਿਹੜਾ ਉਹ ਸਟੇਟ ਕਰ ਰਿਹਾ, ਸਟੇਟ ਅੱਤਵਾਦੀ ਹੈ, ਸਟੇਟ ਆਤੰਕਵਾਦੀ ਹੈ। ਭਾਰਤੀ ਸਟੇਟ ਜਿਹੜਾ ਹਕੂਮਤਾਂ ਜਿਹੜੀਆਂ ਨੇ ਉਹ ਆਤੰਕਵਾਦੀ ਰਹੀਆਂ ਨੇ। ਤੇ ਜਿਹੜੇ ਖਾਲਿਸਤਾਨ ਦਾ ਜਾਂ ਸਿੱਖੀ ਸਿਧਾਂਤ ਦੀ ਗੱਲ ਕਰਨ ਵਾਲੇ ਜਿਹੜੇ ਕ੍ਰਾਂਤੀਕਾਰੀ ਨੇ, ਜਿਹੜੇ ਸਾਡੇ ਅੱਜ ਜਿਨ੍ਹਾਂ ਦੀਆਂ ਸ਼ਹਾਦਤਾਂ ਅਸੀਂ ਮੁਗਲ ਕਾਲ ਦੇ ਵਿੱਚ ਜਿਹੜੇ ਸ਼ਹੀਦ ਹੋਏ, ਮੁਗਲਾਂ ਨੇ ਵੀ ਉਹਨਾਂ ਨੂੰ ਇਹੀ ਨਾਮ ਦਿੱਤੇ ਸੀ। ਮੁਗਲਾਂ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਾਗੀ ਹੀ ਕਿਹਾ ਹੈ। ਉਸ ਤੋਂ ਬਾਅਦ ਅੰਗਰੇਜ਼ਾਂ ਨੇ ਵੀ ਸਿੱਖ ਕੌਮ ਨੂੰ ਟੈਰਰਿਸਟ ਹੀ ਕਿਹਾ ਹੈ, ਆਤੰਕਵਾਦੀ ਹੀ ਕਿਹਾ ਹੈ। ਤੇ ਸੋ ਇਹ ਨਾਮ ਤੇ ਹਕੂਮਤਾਂ ਜਿਹੜੀਆਂ, ਸਟੇਟ ਜਿਹੜੀ, ਹੁਣ ਦੇਖੋ ਤੁਸੀਂ, ਇਹੀ ਸਿੱਖ ਯੂਰਪ ਵਿੱਚ ਵੱਸਦੇ ਨੇ, ਇਹੀ ਸਿੱਖ ਕੈਨੇਡਾ ਵਿੱਚ ਵੱਸਦੇ ਨੇ, ਇਹੀ ਸਿੱਖ ਅਮਰੀਕਾ ਵਿੱਚ ਵੱਸਦੇ ਨੇ। ਉੱਥੇ ਤੇ ਇਹਨਾਂ ਨੂੰ ਕੋਈ ਇਹ ਨਾਮ ਨਹੀਂ ਦਿੰਦਾ। ਸੇਮ ਉਹੀ ਡਿਊਟੀ ਇੱਥੇ ਨਿਭਾ ਰਹੇ ਹਾਂ ਅਸੀਂ, ਉਹੀ ਡਿਊਟੀ ਅਸੀਂ ਉੱਥੇ ਨਿਭਾ ਰਹੇ ਹਾਂ। ਲੇਕਿਨ ਉਹਨੂੰ ਦੇਖਣ ਦਾ ਨਜ਼ਰੀਆ, ਇੱਥੇ ਸਾਡੇ ਲੰਗਰਾਂ ਦੀਆਂ ਛਾਣਬੀਣ ਕੀਤੀ ਜਾਂਦੀ ਹੈ, ਇਹ ਫੰਡਿੰਗ ਕਿੱਥੋਂ ਆ ਰਹੀ ਹੈ, ਉੱਥੇ ਸਾਨੂੰ ਮੌਕੇ ਦਿੱਤੇ ਜਾਂਦੇ ਨੇ ਤੁਸੀਂ ਅੱਗੇ ਆ ਕੇ ਲੰਗਰ ਲਗਾਓ। ਯਾਨੀ ਕਿ ਇਹ ਸਟੇਟ ਆਤੰਕਵਾਦੀ ਹੈ, ਨਾ ਕਿ ਸਿੱਖ ਆਤੰਕਵਾਦੀ ਹੈ। ਅੱਛਾ, ਜਿਸ ਤਰੀਕੇ ਨਾਲ ਆਪਾਂ ਦੇਖਿਆ ਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਸਿੱਖ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ, ਔਰ ਕਿਤੇ ਨਾ ਕਿਤੇ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜੋ ਵਿਦੇਸ਼ੀ ਮੁਲਕ ਸੀ, ਜਿਨ੍ਹਾਂ ਦੀ ਭਾਸ਼ਾ ਵੀ ਹੋਰ ਸੀ, ਰਹਿਣ ਸਹਿਣ ਦਾ ਤਰੀਕਾ ਵੀ ਹੋਰ ਸੀ, ਉੱਥੇ ਵੀ ਜਿਹੜਾ ਸਿੱਖ ਧਰਮ ਬਾਖੂਬ ਪ੍ਰਫੁੱਲਤ ਹੋਇਆ, ਔਰ ਇੱਥੋਂ ਤੱਕ ਕਿ ਪੰਜਾਬ ਦੇ ਨਾਲੋਂ ਵੀ ਕਿਤੇ ਹੀ ਜ਼ਿਆਦਾ ਹੋਇਆ। ਤਾਂ ਕੀ ਸਮਝਦੇ ਹੋ ਕਿ ਜੋ ਸਟੇਟ ਇੱਕ ਇਹ ਦਾਅਵਾ ਕਰਦੀ ਰਹੀ ਹੈ, ਇੰਡੀਅਨ ਸਟੇਟ ਦਾਅਵਾ ਕਰਦੀ ਰਹੀ ਹੈ ਕਿ ਅਸੀਂ ਆਪਣੇ ਭਾਈਚਾਰੇ ਨੂੰ, ਅਸੀਂ ਆਪਣੇ ਸਮਾਜ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਰੱਖ ਸਕਦੇ ਹਾਂ, ਆਪਣੇ ਸਮਾਜ ਦੇ ਵਿੱਚ ਜੋ ਆ ਚੀਜ਼ਾਂ ਜ਼ਿਆਦਾ ਵਧੀਆ ਹੋ ਸਕਦੀਆਂ ਨੇ, ਪਰ ਉੱਥੇ ਬਿਲਕੁਲ ਉਲਟ ਹੈ ਕਿ ਉਹ ਭਾਸ਼ਾ ਵੀ ਉਹਨਾਂ ਦੀ ਅਲੱਗ ਹੈ, ਉਹਨਾਂ ਦਾ ਰਹਿਣ ਸਹਿਣ ਵੀ ਅਲੱਗ ਹੈ, ਸਭ ਕੁਝ ਅਲੱਗ ਹੈ, ਪਰ ਫਿਰ ਵੀ ਸਿੱਖੀ ਪ੍ਰਫੁੱਲਤ ਹੈ। ਦੇਖੋ, ਕਿਉਂਕਿ ਸਿੱਖੀ ਸਿਧਾਂਤ, ਸਿੱਖ ਸਮਾਜ ਰੱਬੀ ਸਿਧਾਂਤ ਹੈ, ਰੱਬੀ ਮਨੁੱਖਤਾ ਦਾ ਸਿਧਾਂਤ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਮਨੁੱਖ ਤੋਂ ਦੇਵਤਿਆਂ ਦੀ ਪਦਵੀ ਬਖਸ਼ੀ ਹੈ ਤੇ ਦੇਵਤੇ ਦਾ ਕੰਮ ਹੁੰਦਾ ਕਲਿਆਣਕਾਰੀ ਕਾਰਜ ਕਰਨਾ ਮਨੁੱਖਤਾ ਦੇ ਵਾਸਤੇ।
ਸੋ ਇਹ ਜਦੋਂ ਆਪਾਂ ਭਾਰਤੀ ਸਟੇਟ ਦੀ ਗੱਲ ਕਰਦੇ ਹਾਂ, ਭਾਰਤੀ ਸਟੇਟ ਆਪਣੇ ਸਮਾਜ ਦੀ ਉਥਾਨ ਦੀ ਗੱਲ ਕਰਦਾ। ਤੁਸੀਂ ਦੇਖੋ ਅੱਜ ਇਸ ਭਾਰਤ ਸਟੇਟ ਦੇ ਵਿੱਚ ਆਜ਼ਾਦੀ ਤੋਂ ਬਾਅਦ ਕਿਹੜਾ ਸਮਾਜ ਹੈ ਜਿਹੜਾ ਪ੍ਰਫੁੱਲਤ ਹੋਇਆ। ਚੰਦ ਲੋਕਾਂ ਨੂੰ ਛੱਡ ਦਈਏ ਤਾਂ ਇੱਥੇ ਹਿੰਦੂ ਵੀ ਲਾਚਾਰ ਹੈ, ਗਰੀਬ ਹੈ, ਮਜ਼ਦੂਰ ਹੈ। ਇੱਥੇ ਮੁਸਲਮਾਨ ਭਾਈਚਾਰਾ ਵੀ ਗਰੀਬ ਹੈ, ਲਾਚਾਰ ਹੈ, ਅਤਿਆਚਾਰ ਦਾ ਸ਼ਿਕਾਰ ਹੈ। ਇੱਥੇ ਦਲਿਤ ਭਾਈਚਾਰਾ ਵੀ ਅਤਿਆਚਾਰ ਦਾ ਸ਼ਿਕਾਰ ਹੈ। ਇੱਥੇ ਸਿੱਖ ਭਾਈਚਾਰਾ ਵੀ ਅਤਿਆਚਾਰ ਦਾ ਸ਼ਿਕਾਰ ਹੈ। ਸੋ ਇਹ ਸਾਰੇ ਭਾਈਚਾਰੇ, ਕੋਈ ਭਾਈਚਾਰਾ ਹੱਥ ਖੜਾ ਕਰਕੇ ਨਹੀਂ ਕਹਿ ਸਕਦਾ। ਅੱਜ ਤੁਸੀਂ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਇਸ ਅੰਦੋਲਨ ਦੇ ਵਿੱਚ ਦੌਰਾਨ ਕਿੰਨੇ ਐਸੇ ਸਾਡੇ ਹਿੰਦੂ ਵੀਰ ਨੇ ਜਿਹੜੇ ਭਾਰਤੀ ਸਟੇਟ ਦੇ ਵਿਰੁੱਧ ਵਿੱਚ ਖੜੇ ਨੇ, ਜਿਹੜੇ ਮਨੂਵਾਦੀ ਸੋਚ ਦੇ ਵਿਰੋਧ ਵਿੱਚ ਖੜੇ ਨੇ। ਸੋ ਇਹ ਜਾਗਰਤੀ ਆ ਰਹੀ ਹੈ ਸਮਾਜ ਦੇ ਵਿੱਚ। ਇਹ ਪਰਮੇਸ਼ਵਰ ਦੇ ਵੱਲੋਂ ਕੋਈ ਗੈਬੀ ਤਾਕਤ ਹੈ ਜਿਹੜੀ ਸਾਡੇ ਅੰਦਰ ਇੱਥੋਂ ਦੇ ਅੰਦੋਲਨ ਦੇ ਵਿੱਚ ਜਿਹੜੇ ਆ ਰਹੇ ਨੇ, ਸ਼ਮੂਲੀਅਤ ਕਰ ਰਹੇ ਨੇ, ਉਹਨਾਂ ਵਿੱਚ ਵਰਤ ਰਹੀ ਹੈ। ਸੋ ਭਾਰਤੀ ਜਿਹੜੀ ਸਟੇਟ ਹੈ ਇਹ ਕਿਸੇ ਵੀ ਸਮਾਜ ਦਾ ਕਲਿਆਣ ਨਹੀਂ ਕਰ ਸਕਦੀ। ਅੱਛਾ, ਪਿਛਲੇ ਜੋ ਕੁਝ ਦਿਨਾਂ ਦੇ ਵਿੱਚ ਦੇਖਿਆ ਕਿ ਜੋ ਕਲਾਕਾਰ ਕਿਸਾਨੀ ਹੱਕ ਦੇ ਵਿੱਚ ਗੀਤ ਗਾ ਰਹੇ ਨੇ ਜਾਂ ਲਿਖ ਰਹੇ ਨੇ, ਉਹਨਾਂ ਦੇ ਉੱਪਰ ਵੀ ਪਰਚੇ ਹੋ ਰਹੇ ਨੇ। ਔਰੰਗਜ਼ੇਬ ਦਾ ਕੋਈ ਵੇਲਾ ਸੀ ਜਦੋਂ ਕਵੀਆਂ ਨੂੰ, ਲੇਖਕਾਂ ਦੇ ਉੱਪਰ ਪਾਬੰਦੀ ਲਗਾਈ ਜਾਂਦੀ ਸੀ, ਗਾਉਣ ਵਾਲਿਆਂ ਦੇ ਉੱਪਰ ਪਾਬੰਦੀ ਲਗਾਈ ਜਾਂਦੀ ਸੀ। ਕੀ ਸਮਝਦੇ ਹੋ ਕਿ ਸਟੇਟ ਜਾਂ ਸਰਕਾਰ ਅੱਜ ਵੀ ਉਸੇ ਰਵੱਈਏ ਦੇ ਉੱਪਰ ਆ ਗਈ ਹੈ? ਦੇਖੋ, ਆਜ਼ਾਦੀ ਨਹੀਂ ਨਾ ਮਿਲੀ। ਯੂਰਪ ਵੀ ਗੁਲਾਮ ਸੀ ਕਦੇ, ਅਮਰੀਕਾ ਵੀ ਗੁਲਾਮ ਸੀ, ਕੈਨੇਡਾ ਵੀ ਗੁਲਾਮ ਸੀ, ਹਰ ਸਟੇਟ, ਸਾਡਾ ਪੜੋਸੀ ਦੇਸ਼ ਥਾਈਲੈਂਡ ਵੀ ਗੁਲਾਮ ਸੀ। ਲੇਕਿਨ ਉੱਥੇ ਆਜ਼ਾਦੀ ਆਈ, ਉਹ ਲੋਕ ਆਜ਼ਾਦੀ ਦਾ ਸੁੱਖ ਮਾਣ ਰਹੇ ਨੇ। ਉੱਥੇ ਹਰ ਇੱਕ ਮਨੁੱਖ ਦੇ ਜਿਹੜੇ ਮੌਲਿਕ ਕਰਤੱਵ ਹੁੰਦੇ ਨੇ, ਅਧਿਕਾਰ ਹੁੰਦੇ ਨੇ, ਉਹਨੂੰ ਮਿਲ ਰਹੇ ਨੇ। ਲੇਕਿਨ ਕਿਉਂਕਿ ਸਾਨੂੰ ਆਜ਼ਾਦੀ ਨਹੀਂ ਮਿਲੀ, ਭਾਰਤ ਆਜ਼ਾਦ ਨਹੀਂ ਹੋਇਆ, ਪਾਵਰ ਟਰਾਂਸਫਰ ਹੋਈ। ਤੇ ਉਸ ਪਾਵਰ ਟਰਾਂਸਫਰ ਦੇ ਨਾਲ ਨਾਲ ਉਹ ਸਾਰੀਆਂ ਨੀਤੀਆਂ ਵੀ ਟਰਾਂਸਫਰ ਹੋਈਆਂ। ਫੂਟ ਡਾਲੋ ਤੇ ਰਾਜ ਕਰੋ, ਦਬਾ ਕੇ ਰੱਖਣਾ, ਤੇ ਇਹ ਸਾਰੀਆਂ ਨੀਤੀਆਂ ਟਰਾਂਸਫਰ ਹੋਈਆਂ ਨੇ। ਆਜ਼ਾਦੀ ਨਹੀਂ ਮਿਲੀ। ਜਿੱਦਣ ਅਸਲ ਆਜ਼ਾਦੀ ਮਿਲੇਗੀ ਉਦੋਂ ਭਾਰਤ ਦਾ ਨਾਮ ਫਿਰ ਇੱਕ ਵਾਰ ਉਹਨਾਂ ਸਟੇਟਾਂ ਦੇ ਵਾਂਗ, ਉੱਥੋਂ ਜਿਵੇਂ ਪੁਰਾਤਨ ਸਮੇਂ ਵਿੱਚ ਖਾਲਸਾ ਰਾਜ ਵਿੱਚ ਫਰਾਂਸ ਦੇ ਵਿੱਚੋਂ ਲੋਕ ਇੱਥੇ ਆ ਕੇ ਜੌਬ ਕਰਦੇ ਹੁੰਦੇ ਸੀ, ਤੇ ਅੱਜ ਕੀ ਗੱਲ, ਅੱਜ ਸਾਡਾ ਨੌਜਵਾਨ, ਸਾਡਾ ਹਰ ਮਨੁੱਖ ਇੱਥੋਂ ਨਿਕਲਣਾ ਚਾਹੁੰਦਾ ਹੈ। ਸੋ ਮੈਂ ਸਮਝਦਾ ਵੀ ਆਜ਼ਾਦੀ ਹਜੇ ਨਹੀਂ ਮਿਲੀ, ਭਾਰਤ ਅੱਜ ਵੀ ਗੁਲਾਮ ਹੈ। ਪਾਵਰ ਟਰਾਂਸਫਰ ਹੋਈ ਸੀ, ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਅੱਛਾ, ਇੱਕ ਅੱਜ ਦੀ ਖਬਰ ਹੈ ਕਿ ਬਿਹਾਰ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਸਰਕੂਲਰ ਪੁਲਿਸ ਨੇ ਪਾਸ ਕੀਤਾ ਕਿ ਅਗਰ ਸੋਸ਼ਲ ਮੀਡੀਆ ਤੇ ਕੋਈ ਸਰਕਾਰ ਦੇ ਖਿਲਾਫ ਜਾਂ ਸੰਸਦਾਂ ਦੇ ਖਿਲਾਫ ਜਾਂ ਉੱਥੇ ਦੇ ਕਿਸੇ ਅਫਸਰ ਦੇ ਖਿਲਾਫ ਕੋਈ ਚੀਜ਼ ਲਿਖਦਾ ਹੈ ਤਾਂ ਉਸ ਦੇ ਉੱਪਰ ਬਕਾਇਦਾ ਤੌਰ ਕਾਰਵਾਈ ਹੋਏਗੀ ਕਾਨੂੰਨਾਂ ਤਹਿਤ। ਸੋਸ਼ਲ ਮੀਡੀਆ ਜਿਹੜਾ ਉਹ ਇੱਕ ਲੋਕਾਂ ਦਾ ਕਮਿਊਨੀਕੇਟ ਕਰਨ ਦਾ ਸਾਧਨ ਬਣਿਆ ਪਿਛਲੇ ਦਿਨਾਂ ਦੇ ਵਿੱਚ। ਹਾਲਾਂਕਿ ਨੈਸ਼ਨਲ ਮੀਡੀਆ ਦੇ ਉੱਪਰ ਇਹ ਇਲਜ਼ਾਮ ਲਾਉਂਦੇ ਰਹੇ ਨੇ ਕਿਸਾਨ ਕਿ ਸਾਡੀ ਗੱਲ ਸਹੀ ਤਰੀਕੇ ਨਾਲ ਦਿਖਾਈ ਨਹੀਂ ਜਾਂਦੀ, ਸੋਸ਼ਲ ਮੀਡੀਆ ਸਾਡੀ ਗੱਲ ਸਹੀ ਤਰੀਕੇ ਨਾਲ ਦਿਖਾ ਰਿਹਾ। ਸੋ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜੋ ਬਿਹਾਰ ਦੇ ਵਿੱਚ ਹੁਣ ਇਹ ਕੀਤਾ ਗਿਆ ਕਿ ਕੁਝ ਵੀ ਲਿਖਣ ਦੇ ਨਾਲ ਅਗਰ ਉਹਨਾਂ ਤੇ ਕਾਰਵਾਈ ਹੁੰਦੀ ਹੈ? ਵੇਖੋ, ਮੰਦਭਾਗਾ ਹੈ ਇਸ ਤਰ੍ਹਾਂ ਦੇ ਜਿਹੜੇ NIA ਦੇ ਵੱਲੋਂ ਲੰਗਰ ਲਾ ਰਹੇ ਇਨਸਾਨਾਂ ਦੇ ਉੱਤੇ, ਸੰਸਥਾਵਾਂ ਦੇ ਉੱਤੇ ਉਹਨਾਂ ਨੂੰ ਨੋਟਿਸ ਭੇਜਣਾ, ਇਹ ਬਹੁਤ ਮੰਦਭਾਗੀਆਂ ਗੱਲਾਂ ਨੇ। ਲੇਕਿਨ ਫਿਰ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਜਿਹੜੀ ਇਹ ਸਟੇਟ ਹੈ, ਇਹ ਸਟੇਟ ਕਦੇ ਵੀ ਸਾਨੂੰ ਆਜ਼ਾਦੀ ਦਾ ਜਿਹੜਾ ਸੁੱਖ ਹੈ ਉਹ ਨਹੀਂ ਦੇਵੇਗੀ। ਜਿੱਥੇ ਵੀ ਸੱਚਾਈ ਦੀ ਗੱਲ ਉੱਠਦੀ ਹੈ, ਅੱਜ ਲੋਕ ਜਾਗਰਤ ਹੋ ਰਹੇ ਨੇ ਤੇ ਸੋਸ਼ਲ ਮੀਡੀਆ ਉਹਨਾਂ ਦੇ ਕੋਲ ਬਹੁਤ ਵੱਡਾ ਸਾਧਨ ਹੈ ਜਾਗਰਤੀ ਦਾ। ਅੱਜ ਤੁਹਾਡੀ ਕੋਈ ਵੀ ਗੱਲ ਕਿਤੇ ਧੱਕਾ ਹੁੰਦਾ ਹੈ, ਉਹ ਗੱਲ ਬੜੀ ਛੇਤੀ ਸਰਕੂਲੇਟ ਹੋ ਜਾਂਦੀ ਹੈ। ਤੇ ਸਟੇਟ ਕਿਵੇਂ ਚਾਹੇਗੀ ਵੀ ਇਹ ਗੱਲਾਂ ਜਿਹੜੀਆਂ ਨੇ, ਇਹ ਹੁਣ ਇਸ ਅੰਦੋਲਨ ਨੂੰ ਅਗਰ ਨੈਸ਼ਨਲ ਲੈਵਲ ਤੇ, ਇੰਟਰਨੈਸ਼ਨਲ ਲੈਵਲ ਤੇ ਲੈ ਕੇ ਗਿਆ ਤੇ ਸੋਸ਼ਲ ਮੀਡੀਆ ਲੈ ਕੇ ਗਿਆ। ਅਗਰ ਵਿਕਾਊ ਮੀਡੀਆ, ਸਰਕਾਰੀ ਮੀਡੀਆ ਦੇ ਹੱਥ ਹੁੰਦਾ ਤਾਂ ਮੈਂ ਸਮਝਦਾ ਦਿੱਲੀ ਬਾਰਡਰ ਤੋਂ ਬਾਹਰ ਵੀ ਪਤਾ ਨਹੀਂ ਸੀ ਲੱਗਣਾ ਕਿਸੇ ਨੂੰ ਵੀ ਇੱਥੇ ਕੀ ਹੋ ਰਿਹਾ ਹੈ। ਹਾਂਜੀ। ਸੋ ਪਿਛਲੇ ਕੁਝ ਦਿਨਾਂ ਦੇ ਵਿੱਚ ਜੋ ਘਟਨਾਵਾਂ ਹੋਈਆਂ ਨੇ, ਜਿਸ ਤਰੀਕੇ ਨਾਲ ਇੱਕ ਸ਼ੱਕੀ ਜੋ ਫੜਿਆ ਵੀ ਗਿਆ, ਜਿਸ ਦੇ ਕੋਲੋਂ ਅਸਲਾ ਬਰਾਮਦ ਹੋਇਆ, ਪਰ ਉਹ ਕਹਿ ਰਿਹਾ ਸੀ ਕਿ ਕਿਸਾਨਾਂ, 4 ਕਿਸਾਨ ਮੈਂਬਰਾਂ ਨੂੰ ਜੋ ਮਾਰਨ ਦੀ ਗੱਲ ਉਸਨੇ ਕਬੂਲ ਕੀਤੀ, ਹਾਲਾਂਕਿ ਬਾਅਦ 'ਚੋਂ ਮੁੱਕਰ ਗਿਆ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਸਟੇਟ ਹੁਣ ਕੀ ਕਰਨਾ ਚਾਹ ਰਹੀ ਹੈ ਜਦੋਂ ਕਿ ਕਿਸਾਨ ਇਹ ਕਹਿ ਰਹੇ ਨੇ ਕਿ ਸ਼ਾਂਤਮਈ ਅੰਦੋਲਨ ਜਿਹੜਾ ਉਹ ਜਾਰੀ ਰੱਖਣਾ? ਦੇਖੋ, ਸਟੇਟ ਹਰ ਹੀਲਾ ਵਰਤ ਕੇ ਇਸ ਅੰਦੋਲਨ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਇਸ ਨੂੰ ਫੁੱਟ ਪਾ ਕਰਕੇ, ਮਤਲਬ ਹਰ ਤਰੀਕੇ ਦੇ ਨਾਲ, ਸ਼ਾਮ, ਦਾਮ, ਦੰਡ, ਭੇਦ, ਕੋਈ ਵੀ ਤਰੀਕਾ ਵਰਤ ਕਰਕੇ ਉਹ ਨਹੀਂ ਚਾਹੁੰਦੀ ਵੀ ਇਹ ਅੰਦੋਲਨ ਲੰਮਾ ਚੱਲੇ। ਕਿਉਂਕਿ ਜਿੰਨਾ ਇਹ ਅੰਦੋਲਨ ਲੰਮਾ ਚੱਲੇਗਾ, ਸਟੇਟ ਦੀਆਂ ਮੁਸ਼ਕਲਾਂ ਤੇ ਵੱਧ ਹੀ ਰਹੀਆਂ ਨੇ। ਤੁਸੀਂ ਦੇਖੋ, ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਜਿਹੜੇ ਬਣੇ ਨੇ ਜੋ ਬਾਈਡਨ, ਉਹਨਾਂ ਨੇ ਗੱਦੀ ਸੰਭਾਲਦਿਆਂ ਹੀ ਮਨੂਵਾਦੀਆਂ ਨੂੰ ਆਪਣੇ ਜਿਹੜਾ ਸਰਕਲ ਸੀ, ਉਹਨਾਂ ਦਾ ਸਰਕਲ ਸੀ ਜਿਹੜਾ ਟਰੰਪ ਨੇ ਸੈੱਟ ਕੀਤਾ ਹੋਇਆ ਸੀ, ਉਹਦੇ 'ਚ ਉਹਨਾਂ ਨੇ ਬਾਹਰ ਕੱਢ ਦਿੱਤਾ। ਸੋ ਇਹ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਵੀ ਜਿਹੜੇ ਬਾਹਰਲੀਆਂ ਸਟੇਟਾਂ ਨੇ, ਬਾਹਰਲੀਆਂ ਜਿਹੜੀਆਂ ਸਰਕਾਰਾਂ ਨੇ, ਉਹ ਸਾਡਾ ਦਰਦ ਸਮਝ ਰਹੀਆਂ ਨੇ। ਹਾਂਜੀ। ਅੱਛਾ, ਇੱਕ ਆਖਰੀ ਸਵਾਲ ਇਹ ਰਹੇਗਾ ਕਿ
ਹਮੇਸ਼ਾ ਤੋਂ ਕਿਹਾ ਜਾਂਦਾ ਹੈ ਕਿ ਰਾਜਨੀਤੀ ਨੂੰ ਧਰਮ ਤੋਂ ਪਾਸੇ ਰੱਖੋ। ਆਮ ਤੌਰ ਤੇ ਇਹ ਟਰਮ ਵਰਤੀ ਜਾਂਦੀ ਹੈ ਜਦੋਂ ਕਿ ਸਿੱਖ ਧਰਮ ਦੇ ਵਿੱਚ ਕਿਹਾ ਜਾਂਦਾ ਕਿ ਮੀਰੀ ਪੀਰੀ ਦਾ ਸਿਧਾਂਤ ਜੋ ਕਿਹਾ ਜਾਂਦਾ। ਹੁਣ ਇਸ ਅੰਦੋਲਨ ਦੇ ਵਿੱਚ ਕਿਤੇ ਨਾ ਕਿਤੇ ਲੋਕ ਉਸੇ ਧਰਮ ਦੇ ਨਾਲ ਸੰਬੰਧਿਤ ਗੱਲਾਂ ਕਰਦੇ ਨੇ ਕਿ ਸਾਡੇ ਗੁਰੂਆਂ ਨੇ ਇਦਾਂ ਕੀਤਾ ਸੀ, ਅਸੀਂ ਵੀ ਲੜ ਕੇ ਉਸ ਤਰੀਕੇ ਨਾਲ ਆਪਣੇ ਹੱਕ ਵਾਪਸ ਲੈਣੇ ਆ। ਤੇ ਕੀ ਸਮਝਦੇ ਹੋ ਕਿ ਜੋ ਪੋਲੀਟੀਕਲ ਲੋਕ ਇਹ ਕਹਿੰਦੇ ਨੇ ਕਿ ਧਰਮ ਤੋਂ ਰਾਜਨੀਤੀ ਅਲੱਗ ਕਰਨੀ ਚਾਹੀਦੀ ਹੈ, ਉਸ ਬਾਰੇ ਕੀ ਕਹੋਗੇ? ਵੇਖੋ ਜੀ, ਜੋ ਲੋਕ ਇਹ ਕਹਿੰਦੇ ਨੇ, ਪਹਿਲੀ ਗੱਲ ਤੇ ਉਹ ਸਿੱਖ ਨਹੀਂ ਹੋ ਸਕਦੇ। ਹੋ ਸਕਦਾ ਉਹ ਦੂਸਰੇ ਕਿਸੇ ਧਰਮ ਨਾਲ ਸੰਬੰਧ ਰੱਖਦੇ ਹੋਣ। ਜੇ ਆਪਾਂ ਸਿੱਖੀਜ਼ਮ ਦੀ ਗੱਲ ਕਰੀਏ ਤੇ ਸਾਡਾ ਸਿਧਾਂਤ ਮੀਰੀ ਤੇ ਪੀਰੀ ਦਾ ਸਿਧਾਂਤ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਮੀਰੀ ਤੇ ਪੀਰੀ ਦਿੱਤੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਨੰਦੇੜ 52 ਹੁਕਮ ਕੀਤੇ ਸਨ ਤੇ ਉਹਨਾਂ ਦੇ ਵਿੱਚ ਇੱਕ ਇਹ ਵੀ ਹੁਕਮ ਹੈ ਕਿ ਹਰ ਸਿੱਖ ਨੇ ਰਾਜਨੀਤੀ ਦਾ ਜਾਣਕਾਰ ਹੋਣਾ ਹੈ, ਯਾਨੀ ਕਿ ਰਾਜਨੀਤੀ ਦੇ ਹਰ ਪਹਿਲੂ ਤੋਂ ਉਹਨੂੰ ਪਤਾ ਹੋਣਾ ਚਾਹੀਦਾ ਹੈ। ਸੋ ਮੈਂ ਸਮਝਦਾ ਵੀ ਇਹ ਸਾਡਾ ਦੁਖਾਂਤ ਹੀ ਕਹਿ ਸਕਦੇ ਹਾਂ ਮਨੁੱਖੀ ਸਮਾਜ ਦਾ। ਹੁਣੇ ਮੇਰੀ ਗੱਲ ਹੋ ਰਹੀ ਸੀ, ਮੈਂ ਇੱਕ ਲੇਖ ਵੀ ਲਿਖਿਆ ਵੀ ਆਓ ਰਾਜਨੀਤੀ ਕਰੀਏ, ਕਿਉਂਕਿ ਅੱਜ ਜਦੋਂ ਸਮਾਜ ਸੇਵੀ ਲੋਕਾਂ ਨੂੰ ਇਹ ਗੱਲ ਕਿਹਾ ਹੀ ਜਾਂਦੀ ਹੈ ਵੀ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਰਾਜ ਬਿਨਾ ਨਹਿ ਧਰਮ ਚਲੈ ਹੈ, ਧਰਮ ਬਿਨਾ ਸਭ ਦਲੈ ਮਲੈ ਹੈ। ਰਾਜ ਤੋਂ ਬਿਨਾ ਤੁਸੀਂ ਚੰਗੇ ਸਮਾਜ ਦੀ ਕਲਪਨਾ ਨਹੀਂ ਕਰ ਸਕਦੇ। ਧਰਮ ਇੱਕ ਸਮੁੱਚੇ ਮਨੁੱਖੀ ਸਮਾਜ ਦਾ ਅਹਿਮ ਅੰਗ ਹੈ। ਧਰਮ ਹੀ ਉਹ ਕਾਨੂੰਨ ਹੈ ਜਿਹੜਾ ਸਾਨੂੰ ਹਰ ਇੱਕ ਦੇ ਨਾਲ ਮਿਲ ਵਰਤਣ ਦਾ, ਆਪਸੀ ਕਦਰਾਂ ਕੀਮਤਾਂ ਦੇ ਸਹਿਤ ਜ਼ਿੰਦਗੀ ਜਿਉਣ ਦਾ ਹੱਕ ਦਿੰਦਾ ਹੈ। ਸੋ ਇਹ ਬੜੀ ਜ਼ਰੂਰਤ ਹੈ ਜਿਹੜੇ ਸਮਾਜ ਸੇਵੀ ਲੋਕ, ਜਦੋਂ ਉਹਨਾਂ ਨੂੰ ਜਾਂ ਕੋਈ ਦੋ ਗੱਲਾਂ ਨੇ, ਇੱਕ ਤਾਂ ਸਮਾਜ ਸੇਵੀ ਲੋਕ ਝਿਜਕ ਜਾਂਦੇ ਨੇ ਵੀ ਅਸੀਂ ਰਾਜਨੀਤੀ ਵਿੱਚ ਨਹੀਂ ਆਉਣਾ, ਤੇ ਨਹੀਂ ਆਓਗੇ ਤੇ ਸਮਾਜ ਕਦੇ ਵੀ ਸੁਧਰੇਗਾ ਨਹੀਂ। ਤੇ ਦੂਜੀ ਗੱਲ, ਜੇ ਕੋਈ ਸਮਾਜ ਸੇਵੀ ਜਾਂ ਕੋਈ ਧਾਰਮਿਕ ਮਨੁੱਖ ਰਾਜਨੀਤੀ ਵਿੱਚ ਆਉਂਦਾ ਹੈ ਤੇ ਉੱਥੇ ਸਾਡਾ ਸਮਾਜ ਉਹਦੇ ਤੇ ਉਂਗਲ ਚੁੱਕ ਦਿੰਦਾ।